ਅੱਛਾ ਰਾਜੇ, ਆਪਾਂ ਕੁਐਸਚਨ ਕੱਲ੍ਹ ਕਰ ਰਹੇ ਸੀ ਆਇਨ ਵੈਲਿਊਜ਼ ਆਇਨ ਵੈਕਟਰ ਵਾਲਾ, ਅਤੇ ਆਪਾਂ ਫਿਰ ਅੱਜ ਆਇਨ ਵੈਕਟਰ ਜਿਹੜੇ ਮੈਂ ਕਰਵਾਊਂਗਾ ਤਾਂ ਉਹਦੇ 'ਚ ਨਾ ਥੋੜ੍ਹੀ ਜਿਹੀ ਪ੍ਰੋਬਲਮ ਵਾਲਾ ਕੁਐਸਚਨ ਚੱਕਦੇ ਹਾਂ, ਜਿਹਦੇ 'ਚ ਆਇਨ ਵੈਕਟਰ ਆਇਨ ਵੈਲਿਊ ਇਕੁਅਲ ਆ ਜਾਣ ਅਤੇ ਆਇਨ ਵੈਕਟਰ ਕੈਲਕੂਲੇਟ ਕਰਨੇ ਥੋੜ੍ਹੇ ਜਿਹੇ ਔਖੇ ਹੋਣ। ਕੱਲ੍ਹ ਵੈਸੇ ਮੈਂ ਹਿੰਟ ਦੇ ਗਿਆ ਸੀ ਜ਼ਿਆਦਾਤਰ ਦਾ, -2 3 -1 2 -1 3 ਇੱਕ ਹੀ ਕੁਐਸਚਨ ਕਰਵਾਊਂਗਾ। ਫਿਰ ਅਗਲਾ ਟੋਪਿਕ ਆ ਜਿਹੜਾ ਡਾਇਗਨਲਾਈਜ਼ੇਬਲ ਵਾਲਾ, ਉਹ ਗਾਂਹ ਵਾਲਾ ਚੈਪਟਰ ਉਹਦੇ ਅਗਲੀ ਐਕਸਰਸਾਈਜ਼ ਫਿਰ ਦੇਖਦੇ ਹਾਂ। ਸਭ ਤੋਂ ਪਹਿਲਾਂ ਕੀ ਕਰਨਾ ਹੁੰਦਾ ਤੁਸੀਂ ਰਾਜੇ, ਜਿਵੇਂ ਐਗਜ਼ਾਮਪਲਾਂ 'ਚ ਕੀਤਾ ਹੋਇਆ ਨਾ, ਸਾਰੇ ਪਹਿਲਾਂ ਐਗਜ਼ਾਮਪਲਾਂ ਦੇਖਿਆ ਕਰੋ। ਐਗਜ਼ਾਮਪਲਾਂ ਦੇਖ ਕੇ ਉਹਦੇ ਹਿਸਾਬ ਨਾਲ ਆਪਾਂ ਕੁਐਸਚਨ ਉਵੇਂ ਹੀ ਲਿਖ ਕੇ ਦੇਖਣੇ ਹੁੰਦੇ ਆ, ਠੀਕ ਹੈ। ਜਿਵੇਂ ਇਹ ਪਹਿਲਾਂ ਲੈਮਡਾ ਆਈ ਲਾ ਕੇ ਪਹਿਲਾਂ ਤਾਂ ਇਹਨੂੰ ਕੈਲਕੂਲੇਟ ਕਰਦਾ ਲੈਮਡਾ ਆਈ ਕੀ ਹੋਊਗੀ। ਆਈ ਨੂੰ ਲੈਮਡਾ ਨਾਲ ਪ੍ਰੋਡਕਟ ਕੀਤਾ ਤਾਂ ਡਾਇਗਨਲ ਐਂਟਰੀਆਂ 'ਚ 1 ਦੀ ਜਗ੍ਹਾ 'ਤੇ ਲੈਮਡਾ ਆ ਜਾਊਗਾ। ਫਿਰ A ਮਾਈਨਸ ਲੈਮਡਾ ਆਈ ਕੈਲਕੂਲੇਟ ਕਰਨੀ ਆ। ਹੁਣ ਇਹ ਥੋੜ੍ਹਾ ਜਿਹਾ ਆਪਾਂ ਨੂੰ ਪਤਾ ਹੀ ਹੈ ਵੀ ਇਹ ਡਾਇਗਨਲ ਐਂਟਰੀਆਂ ਘਟਣਗੀਆਂ ਇਹਦੇ 'ਚੋਂ, ਇਹਦੀਆਂ ਡਾਇਗਨਲ ਐਂਟਰੀਆਂ 'ਚੋਂ। ਸੋ 6 ਮਾਈਨਸ ਲੈਮਡਾ -2 ਅਤੇ 2 -2 3 ਮਾਈਨਸ ਲੈਮਡਾ 0 ਨਾ -1 ਅਤੇ ਇੱਥੇ 2 -1 3 ਮਾਈਨਸ ਲੈਮਡਾ, ਇਹੀ ਬਣ ਜੂਗੀ। ਉਸ ਤੋਂ ਬਾਅਦ ਇਹਦਾ ਡਿਟਰਮੀਨੈਂਟ ਚੈੱਕ ਕਰਨਾ, ਉਹ ਕੀ ਹੁੰਦੀ ਹੈ ਕਰੈਕਟਰਿਸਟਿਕ ਇਕੁਏਸ਼ਨ। ਹੁਣ ਮੈਂ ਥੋੜ੍ਹਾ ਜਿਹਾ ਜਾਣ ਕੇ ਤੇਜ਼ ਕਰ ਰਿਹਾ। ਕਰੈਕਟਰਿਸਟਿਕ ਇਕੁਏਸ਼ਨ of A is A minus lambda I is equal to 0, ਇਹੀ ਹੁੰਦੀ ਹੈ ਨਾ। ਸੋ ਇਹਦਾ ਡਿਟਰਮੀਨੈਂਟ ਕਰਨਾ, ਉਹਨੂੰ ਆਪਾਂ ਰੱਖ ਦੇਣਾ 0 ਦੇ ਬਰਾਬਰ। ਮੈਂ ਤੁਹਾਨੂੰ ਫੇਰ ਕਹਿ ਦੇਣਾ ਇਹ ਚੀਜ਼ ਰਾਜੇ, ਇਹਦਾ ਡਿਟਰਮੀਨੈਂਟ ਜਿਹੜਾ ਤੁਸੀਂ ਆਪਰੇਸ਼ਨ ਜੇ ਨਹੀਂ ਲਾਉਣੇ ਆਉਂਦੇ ਨਾ ਲਾਓ। ਕਈ ਸਟੂਡੈਂਟ ਮੈਨੂੰ 4x4 ਦਾ ਪੁੱਛੀ ਜਾਂਦੇ ਰਹਿੰਦੇ ਆ। ਦੇਖੋ ਸਭ ਤੋਂ ਪਹਿਲਾਂ ਤਾਂ 4x4 ਦੀਆਂ ਆਇਨ ਵੈਲਿਊ ਪੁੱਛਣ ਦੇ ਚਾਂਸ ਬਹੁਤ ਘੱਟ ਆ। ਅਤੇ ਜਿਹੜਾ ਜੇ ਤੁਹਾਨੂੰ ਲੋੜ ਪੈ ਵੀ ਗਈ ਤਾਂ ਇੱਥੇ ਰੋ ਆਪਰੇਸ਼ਨ ਵਗੈਰਾ ਜਿਹੜੇ ਡਿਟਰਮੀਨੈਂਟ ਦੇ ਤੁਹਾਨੂੰ ਸਾਰੇ ਲਾਉਣੇ ਆਉਣੇ ਚਾਹੀਦੇ ਆ। ਫਿਰ 4x4 ਦਾ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ। ਜੇ ਤੁਸੀਂ ਆਪਰੇਸ਼ਨ ਨਹੀਂ ਲਾਉਣੇ ਤਾਂ ਉਹ ਥੋੜ੍ਹਾ ਜਿਹਾ ਲੈਂਥੀ ਪ੍ਰੋਸੀਜਰ, ਠੀਕ ਆ। ਵੈਸੇ ਜ਼ਿਆਦਾ ਚਾਂਸ ਆ ਜੇ ਇੱਕ ਵੀ ਕੁਐਸਚਨ ਇਹੋ ਜਿਹਾ ਕੋਈ ਵਿੱਚ ਬੁੱਕ 'ਚ ਤੁਹਾਨੂੰ ਦਿਸਿਆ ਜਿਹਦੇ 'ਚ 4x4 ਦੀਆਂ ਆਇਨ ਵੈਲਿਊ ਕੱਢਣ ਨੂੰ ਕਿਹਾ ਜਾਂ 4x, ਤਾਂ ਮੈਂ ਕਰਵਾ ਦੂੰਗਾ। ਵੈਸੇ ਤਾਂ 4x4 ਦੇ ਡਿਟਰਮੀਨੈਂਟ ਆ ਜਿਹੜੇ ਤੁਸੀਂ +2 'ਚ ਪੜ੍ਹ ਕੇ ਆਏ ਹੋ ਰਾਜੇ, ਇਹ +2 ਦਾ ਕੰਮ ਆ। ਮੈਨੂੰ ਤਾਂ ਇਹ ਵੈਸੇ ਕਹਿਣਾ ਚਾਹੀਦਾ ਕਿ ਤੁਸੀਂ +2 ਦੀ ਕਿਤਾਬ ਚੱਕੋ, ਦੁਬਾਰਾ ਦੇਖੋ। ਇਹ ਮੇਰੇ ਦੱਸਣ ਵਾਲਾ ਕੰਮ ਨਹੀਂ ਹੈ। 4x4 ਦੇ ਡਿਟਰਮੀਨੈਂਟ, 5x5 ਦੇ ਡਿਟਰਮੀਨੈਂਟ ਵੀ ਤੁਸੀਂ ਕਰਕੇ ਆਏ ਹੋ। ਸੋ ਉਹ +2 ਵਾਲੀ ਕਿਤਾਬ ਚੱਕ ਕੇ ਇੱਕ ਵਾਰੀ ਦੇਖ ਲਓ, ਠੀਕ ਆ। ਅਤੇ ਉਹ ਤਾਂ ਮੇਰਾ ਕੰਮ ਇਹ ਆ ਵੀ ਜਿਹੜਾ ਨਵਾਂ ਜਿਹੜਾ ਆਇਆ ਫਸਟ ਈਅਰ 'ਚ ਆਇਆ ਕੰਮ, ਉਹ ਸਿਖਾਉਣਾ, ਠੀਕ ਆ। ਐਂ ਤਾਂ ਥੋੜ੍ਹੇ ਜਿਹੇ ਸਟੂਡੈਂਟ ਇਹ ਵੀ ਕਹਿਣਗੇ ਵੀ 10th ਵਾਲਾ ਕੰਮ ਨਹੀਂ ਆਉਂਦਾ ਸਾਨੂੰ, ਫਿਰ ਥੋੜ੍ਹੇ ਜਿਹੇ ਕਹਿਣਗੇ 9th ਵਾਲਾ ਕੰਮ ਨਹੀਂ ਆਉਂਦਾ। ਉਹ ਫਿਰ ਪੰਗਾ ਪੈ ਜਾਂਦਾ, ਫਿਰ ਜਿਨ੍ਹਾਂ ਨੂੰ ਆਉਂਦਾ ਉਹਨਾਂ ਦਾ ਲੋਸ ਹੋ ਜਾਂਦਾ, ਠੀਕ ਹੈ। ਸੋ ਉਹ ਚੀਜ਼ਾਂ ਆਪਾਂ ਘੱਟ ਹੀ ਡਿਸਕਸ ਕਰਨੀਆਂ ਜਿਹੜੀਆਂ +2 'ਚ ਤੁਸੀਂ ਪਹਿਲਾਂ, ਉਹ ਜੇ ਤੁਹਾਨੂੰ ਛੁਡਵਾਇਆ ਤਾਂ ਆਪਾਂ ਸਭ ਤੋਂ ਪਹਿਲਾਂ ਆਪਦੇ ਟੀਚਰ ਨੂੰ ਜਾ ਕੇ ਕਹੋ ਵੀ ਸਰ ਤੁਸੀਂ ਕਿਉਂ ਛੁਡਵਾਇਆ ਸੀ, ਜਾਂ ਮੈਡਮ ਤੁਸੀਂ ਕਿਉਂ ਛੁਡਵਾਇਆ ਸੀ, ਇਹ ਇੰਨਾ ਟੋਪਿਕ ਆ। ਦੂਸਰੀ ਗੱਲ ਇਹ ਆ ਵੀ ਥੋੜ੍ਹੀ ਜਿਹੀ ਮਿਹਨਤ ਕਰੋਗੇ, ਹੁਣ ਤੁਹਾਡਾ ਦਿਮਾਗ ਵੀ ਡਿਵੈਲਪ ਹੋ ਜਾਂਦਾ ਹੁੰਦਾ ਟਾਈਮ ਨਾਲ। ਹਰੇਕ ਸਾਲ ਜਦੋਂ ਲੈਵਲ ਅਪ ਹੋਈ ਜਾਂਦਾ ਤੁਹਾਡਾ, ਉਹ ਕੋਈ ਚੱਕਰ ਨਹੀਂ ਹੈ। ਸੋ ਇਹਦਾ ਡਿਟਰਮੀਨੈਂਟ ਤੁਸੀਂ ਕਰ ਲੈਣਾ। ਤੁਸੀਂ ਆਪ ਵੀ ਸਮਝ ਸਕਦੇ ਹੋ, ਉਹਨੂੰ ਕਿਤਾਬ ਚੱਕ ਕੇ ਦੇਖੋਗੇ ਤਾਂ ਉਹਨੂੰ ਸੌਖਾ ਲੱਗਣਾ ਉਹ ਪਿਛਲੀ ਵਾਰ ਨਾਲੋਂ। ਇਹਦਾ ਡਿਟਰਮੀਨੈਂਟ ਜਦੋਂ ਕਰੋਗੇ ਤਾਂ ਉਹ ਕੁਛ ਇਹੋ ਜਿਹਾ ਆਊਗਾ। ਮੈਂ ਬੁੱਕ ਤੋਂ ਦੇਖ ਕੇ ਲਿਖ ਦੇਣਾ ਕਿਉਂਕਿ ਟਾਈਮ ਬਹੁਤ ਘੱਟ ਆ ਆਪਣੇ ਕੋਲ, ਇੰਨਾ ਖਰਾਬ ਹੀ ਹੁੰਦਾ ਫਿਰ। ਅਤੇ ਇਹਨੂੰ ਪ੍ਰੋਡਕਟ ਕਰਕੇ ਜਦੋਂ ਤੁਸੀਂ ਹੱਲ ਕਰੋਗੇ ਤਾਂ 2 - ਲੈਮਡਾ, ਲੈਮਡਾ -2 ਲੈਮਡਾ -8 ਇਜ਼ ਇਕੁਅਲ ਟੂ 0। ਅਤੇ ਇਹ ਲੈਮਡਾ ਕੀ ਆ ਗਿਆ, ਆਇਨ ਵੈਲਿਊਜ਼ 2 2 8। ਦੇਖੋ ਇਹ ਆ ਗਈਆਂ ਨਾ ਆਪਣੇ ਕੋਲ। ਸਭ ਤੋਂ ਪਹਿਲਾ ਕੰਮ, ਜਦੋਂ ਆਇਨ ਵੈਲਿਊ ਤੁਹਾਡੇ ਕੋਲ ਆ ਗਈਆਂ, ਤੁਸੀਂ ਇਹਨਾਂ ਦਾ ਸਮ ਕਰਨਾ। 8 2 10 2 12, ਜਾਣੀ ਕਿ 12 ਸਮ। ਅਤੇ ਹੁਣ ਦੇਖੋ ਜਿਹੜੀ ਸਟੇਟਮੈਂਟ ਆ ਉਹਦੇ 'ਚ ਡਾਇਗਨਲ ਐਂਟਰੀਆਂ ਦਾ ਸਮ 12 ਬਣਦਾ ਸੀ। 6 3 9 9 3 12। ਇਹਦਾ ਮਤਲਬ ਆਪਾਂ ਇੱਥੋਂ ਤੱਕ ਸਹੀ ਹਾਂ, ਠੀਕ ਹੈ। ਆਇਨ ਵੈਲਿਊ ਸਹੀ ਲੱਭ ਗਈਆਂ ਤੁਹਾਨੂੰ। ਇਹ ਕੰਮ ਆਪਾਂ ਨੂੰ ਉੱਥੇ ਕਰਨਾ ਹੀ ਪੈਣਾ। ਹੁਣ ਲੈਮਡਾ 2 ਵਾਸਤੇ ਮੈਂ ਆਇਨ ਵੈਕਟਰ ਲੱਭਣਾ ਸਟਾਰਟ ਕਰਨ ਲੱਗਾ। ਲੈਟ ਦ ਆਇਨ ਵੈਕਟਰ x is corresponding to lambda is equal to 2। lambda is equal to 2 ਦਾ ਹੀ ਲੱਭੋ ਪਹਿਲਾਂ, ਠੀਕ ਹੈ। ਅਤੇ ਕੀ ਆਊਗਾ, ax is equal to 2x। ਅਗਲੇ ਸਟੈਪ 'ਚ ax is equal to 2ix। ਅਗਲੇ ਸਟੈਪ 'ਚ a - 2ix is equal to 0। ਹੁਣ ਤੁਹਾਨੂੰ ਪਤਾ ਲੱਗਦਾ ਇੱਥੇ 2 ਨਾਲ i ਕਿਉਂ ਲਾਇਆ ਹੋਇਆ। ਕਿਸੇ ਮੈਟ੍ਰਿਕਸ 'ਚੋਂ ਮੰਨ ਲਓ 1 2 3 4 ਆ, ਇਹਦੇ 'ਚੋਂ ਇਕੱਲਾ 2 ਘਟਾਊਂਗਾ ਤਾਂ ਕੁਛ ਬਣੂਗਾ। ਕਿਵੇਂ ਘਟਾਉਂਗੇ ਇਕੱਲਾ 2?
तो नाल आई लाओगे तो कुछ मीनिंगफुल गल बनती है। तो अल्टीमेटली a-2i ਨੂੰ कैलकुलेट करते हैं। हुण आपां किवें कैलकुलेट करिए, a-2i आपां नूं पता की बनूगी, ए दीआं डायगनल एंट्रियां चों 2 घटा दो, जिवें इत्थे लिखिया होया ना 6 माइनस लैमडा 3 माइनस लैमडा 3 माइनस लैमडा, ए माइनस लैमडा की जगह पर 2 पुट कर दो, बस मैं ये कह रहा कि होगा 6 माइनस 2 2 माइनस 2 3 माइनस 2 माइनस 1 2 माइनस 1 3 माइनस 2, इत्थे क्या आऊगा x, इत्थे क्या आऊगा 0 0 0। सॉल्व करने तो बाद ये बन जूगा 4 माइनस 2 2 2 1 माइनस 1 2 माइनस 1 1। ठीक है जी, ये चीज़ बन गई। हुण इस तो बाद ये काम तुहानूं पता ही है भी जस्ट ये लीनियरली इंडिपेंडेंट सोल्यूशन लभने आ। वो किवें लभने आ, वो तुहानूं मैं पहलां कितनी बार सिखाया होया। ऑपरेशन लाई चलो तो लभी चलो। एकलन फॉर्म है जिहड़ी, इहदे ते मैं रो ऑपरेशन लाऊंगा पर किते भी ये साइन नहीं पाऊँगा। हुण क्यों नहीं पाऊँगा? क्योंकि मैं XYZ नाल ही लाया होया हजे, सो नहीं लाओगे तुसीं। सो इहदे ते ऑपरेशन बहुत सारे लाते ते एंड ते बन गया है -2 1 -1 0 0 0 0 0 0 XYZ ਤੇ इधर की आ गया 0 0 0। हुण एक गल देखो, ਇਹਦਾ रैंक ਜਾਂ ਇਹਦਾ रैंक किन्ना, ਇਹਦਾ ਤੇ ਇਹਦਾ सेम आ, ਇਹਦਾ किन्ना 1, ਇਹਦਾ मतलब ਇਹਦਾ भी 1। सो अल्टीमेटली ਆਪਾਂ ਕਿੱਥੇ ਪਹੁੰਚ ਗਏ, the rank of coefficient matrix is कितना आ गया 1। therefore the system has वेरीएबल किन्ने 3, एक रैंक आ 3 माइनस 1 2 लीनियरली इंडिपेंडेंट सोल्यूशन होणगे। ठीक है, यानी कि 2 आयन वैक्टर आउणगे इस केस। वो लभणे किवें आ, पहला तो जिहड़ा ये लिखिया होया -2 1 -1 0 0 0 0 0 0 XYZ इज इक्वल टू 0 0 0, ये जिहड़ा लिखिया इहनूं खोल लो तो सारे वेरीएबल सारे सिस्टम नूं 2 वेरीएबल च एक्सप्रैस कर दो। मैं अड अड तरीके तुहानूं दसदा रहना वा, पर यह थोड़ा सौखा करदा रहा काम। 2 वेरीएबल च किवें एक्सप्रैस करिए, देखो मैं Z नूं फड़ लिया, वधिया है Z, इधर की है -2x रह गया, इधर y रह गया, चलो जी ठीक है, 2 वेरीएबल च एक्सप्रैस हो गया, होर कुछ नहीं बचा। जे इत्थे उपर कोई इक्वेशन हुंदी मैं ये Z की वैल्यू चक के उहदे च भर देनी सी ताकि वह भी 2 वेरीएबल च एक्सप्रैस हो जाए, पर हुण लोड़ नहीं। अगले स्टैप च तुसीं की करना, x y z ला लेना, x की वैल्यू x ही रह जूगी। क्यों? क्योंकि देखो ना, एक चीज़ याद रखा करो, जिहड़े वेरीएबल च इहनूं एक्सप्रैस कर लिया x y च, वो तो उवें ही लिख देते हैं, एक्स वाई तो उवें ही लिख दो। Z की वैल्यू की आ गई -2x + y, क्योंकि जिन्ना एक्स नूं तो एक्स च एक्सप्रैस कर ही लिया। हुण देखो मैनूं पता ना भी मैं एक्स नूं ऐ लिख सकदा वां, एक्स इज इक्वल टू, तो फिर है तो ये एक्स ही है ना, तो एक्स नूं एक्स ही रहण ता, वाई नूं भी ऐ लिख सकदा मैं 0 x 1 y, तो फिर वाई नूं भी वाई रहण ता। हुण अगले स्टैप च की करना, ये चीज़ ध्यान देख लो, मैं थोड़ी जी नवीं दस्सण लगा। पहले कॉलम च ਜਿਹੜਾ वेरीएबल आ गया वो दूजे च ना आवे, दूजे च ਜਿਹੜਾ आ गया पहले च ना आवे। इदां ही गांह भी आप ब्रेक करने होंदे आ, पर जे लोड़ आ तां, क्योंकि इत्थे सिर्फ 2 वेरीएबल च एक्सप्रैस करने आ, सो ये 2 बॉक्स बना के आप रख ले। जे इत्थे 3 वेरीएबल च एक्सप्रैस किया हुंदा, जां इत्थे कह लो ये नंबर की जगह ते 3 आया हुंदा, मैं 3 बॉक्स बना के रख लेने सी। पहले च जिहड़ा वेरीएबल आ गया दूजे च ना आवे, दूजे च आ गया वो पहले च ना आवे। ते एक चीज़ ये आ भी पहले च सिर्फ जे तुसीं y चुन लिया तो सारे च y, तो मेरा कहने का मतलब ये आ, जे ये x चुन लिया तो ये x तो बिना होर वेरीएबल नहीं दसना चाहिए। जे ये वास्ते तुसीं y चुन लिया, y तो बिना होर वेरीएबल ना हो। देखो किवें, मान लो मैं ये वास्ते x चुन लिया, ये वास्ते मैं y चुन लिया, ये x तो बिना कुछ नहीं चाहिए आपां नूं, मैं लाऊंगा x। हुण गांह y आउंदा ना, सो y की जगह मैं लिख लूँगा 0। तुसीं कहोगे 1 लिख सकते हैं, नहीं लिख सकते। हुण अगे देखो की आऊगा -2x, देखो x तो इलावा कुछ है ना,
वाई है ना, जेड है ना, एक्स वेरीएबल आ। जे तुसीं कहोगे हाँ जी आ जीरो हैगी एक्स तो इलावा, देखो मैं ये नहीं गल कर रहा, एक्स नूं मैं जीरो एक्स लिख दूंगा फिर, लो जे तुसीं ऐं कहोगे तो हो गया ना फिर ये जीरो एक्स। सो मेरा कहने का मतलब ये है भी एक्स तो इलावा कुछ नहीं। उस तो बाद ਇਹਦੀ ਗੱਲ करो ਹੁਣ ਇਹਦੇ ਚ वाई तो बिना कुछ ना होवे, पर अपने कोले की एक्स, सो ये जगह रख लो जीरो, फिर कहाँ आ गई वाई, हाँ ये लास्ट पार्ट च की है वाई प्लस वाई आ गया। ਹੁਣ ਇਹਨੂੰ ਐਡ ਕਰ ਦਿਓ, ਇੱਥੇ ਐਡੀਸ਼ਨ ਪਾ ਦਿਓ। ਹੁਣ ਦੇਖੋ ਇਹਨਾਂ ਨੂੰ ਜੋੜ ਕੇ x ਪਲੱਸ ਜੀਰੋ ਕੀ ਹੁੰਦਾ x, ਜੀਰੋ ਪਲੱਸ ਵਾਈ ਕੀ ਹੁੰਦਾ y, ਮਾਈਨਸ 2x ਪਲੱਸ ਵਾਈ ਕੀ ਹੋਊਗਾ ਇਹ, ਜਾਣੀ ਕਿ ਇਹ ਦੋਵੇਂ ਸੇਮ ਬਣ ਗਏ ਨਾ। ਬਸ ਇੰਨਾ ਕੁ ਧਿਆਨ ਰੱਖਣਾ ਆਪਾਂ ਵੀ ਜੇ ਪਹਿਲੇ 'ਚ x ਆ ਗਿਆ ਤਾਂ x ਤੋਂ ਬਿਨਾਂ ਕੁਛ ਨਾ ਹੋਵੇ, ਦੂਜੇ 'ਚ y ਆ ਗਿਆ y। ਹੁਣ ਇਹਦੇ 'ਚ x ਬਾਹਰ ਕੱਢ ਲਓ 1 0 -2, ਇਹਦੇ 'ਚ y ਬਾਹਰ ਕੱਢ ਲਓ 0 1 1। ਸੋ ਦੋ ਆਇਨ ਵੈਕਟਰ ਆ ਗਏ ਆਪਣੇ 1 0 -2 0 1 1 आर लीनियरली इंडिपेंडेंट आयन वैक्टर। देखो लैम्डा 2 के कोरसपोंडिंग किन्ने आ गए, 2 आ गए। जे तुसी चेक करने है तो इनू चक के जिहड़ा ये सिस्टम है इक्वेशन का इत्थों बनूगा, जिहड़ा शुरू पहला ही की आऊगा 4x - 2y + 2z इक्वल टू 0, की आऊगा 2x + y - z इक्वल टू 0, फिर आऊगा 2x - y + z इक्वल टू 0। ये पुट करके देखो, पहला तो तुम पुट करके देखोगे इनू कल्ले नू 1 0 - 2, फिर पुट करके देखोगे सारियां च भी ये फिर दूजे नू 0 1 1 नू, ठीक है साडा आंसर आ जाऊगा। 2 आ गए। हुण लैम्डा जिहड़ी एक रह गई है वो किहड़ी सीगी, लैम्डा 8, ਉਹਦੇ वास्ते आयन वैक्टर लभो। हुण लैम्डा इज इक्वल टू लैट, मैं मान लिया हुण मैं थोड़ा जिहा नहीं बहुता ही शॉर्ट च करन लगा इहनूं 0 0 0, जस्ट ये आयन वैक्टर मान लिया। किवें आऊगा, तुसीं पेपर च जे ऐं करोगे नंबर पूरे ही कट्टे जाणगे, वधिया कट्टे जाणगे। मतलब 8i x ला लिया, फिर a माइनस 8i x इज इक्वल टू 0 आ रहा, a माइनस 8i की आऊगा, जी अपनी गिवन मैट्रिक्स आ वो आप कढ़ीए ना लैम्डा की जगह 8 भर दो, 6 माइनस लैम्डा -2 2 -3 3 माइनस लैम्डा -1 2 -1 3 माइनस लैम्डा की जगह 8, इत्थे आ जाऊगा XYZ, इधर क्या आ गया 0 0 0। हुण ये मैट्रिक्स बन गई, ये ला के ऑपरेशन तुसीं बना लेना इनू ये जी, बुक च लिखी हुई है, मैं उतों देख के लिखी जाना। एग्जाम्पल आए एग्जाम्पल 4, ठीक है। हुण इहदा रैंक ते इहदा रैंक सेम होऊगा, इहदा रैंक किन्ना, कोएफिशिएंट मैट्रिक्स का रैंक आ गया 2, वेरीएबल किन्ने आ 3, सो 3 च 2 कढ़िया, एक लीनियरली इंडिपेंडेंट सोल्यूशन होऊ। सारे सिस्टम में एक वेरीएबल विच एक्सप्रैस करना शुरू करो। किवें करोगे शुरू एक्सप्रैस, ये आऊगा -2x - 2y + 2z इज इक्वल टू 0, -3y - 3z इज इक्वल टू 0। वाई की आ गया इत्थों लास्ट वाली इक्वेशन, लास्ट नूं ही पहलां करीदा हुंदा, वाई आ गया -z, इनू चक के इहदे च भरो ताकि वेरीएबल घट जाण। की आऊगा -2x + 2z है ना, फिर + 2z इज इक्वल टू 0, तो x की आ गया फिर 2z ही आ गया x, तो z की आऊगा z, तो ये आ गया x y z, x की वैल्यू की आ गई 2z, y की वैल्यू की आ गई -z, z की वैल्यू की आ गई z। देखो हुण मैनूं वो चीज़ सोचण की नहीं लोड़ राजे भी मैं इत्थे एक वेरीएबल च एक्सप्रैस करना ना, सो एक बॉक्स बना लो, इहदे च किहड़ा वेरीएबल चुनना, जे z चुनोगे z तो बिना कुछ ना होवे, y चुनोगे y तो बिना कुछ ना होवे, x चुनोगे x तो बिना कुछ ना होवे, पर क्योंकि इत्थे है ही z, सो बस फिर तो सोचण की नहीं लोड़, वो तो आ चुकिया, वो तो बॉक्स राजे, वो तो ये बॉक्स बन चुकिया ना, जेड तो बिना कुछ भी नहीं है ये, तो इतने जेड बाहर कर दो 2 - 1 1, ये तुहाडा आयन वैक्टर आ गया। सो 3 आयन वैक्टर आ गए, किहड़े है ये, 3 आयन वैक्टर आ गए अपने कोले। एक तो आ गया -1 0 2, एक आ गया 1 2 0, तो एक ये आ गया जिहड़ा एंड ते आपां लभ्या, ये आ गया 2 - 1 1, ये 3 आयन वैक्टर आ गए राजे। हुण मैं इसे मैट्रिक्स तो ही अगला जो टॉपिक वो स्टार्ट कर लगा 10th C का।
क्योंकि ਉਹਦੇ 'ਚ ਕੀ ਆ ਡਾਇਗਨਲਾਈਜ਼ੇਬਲ ਆ, ਇਸੇ ਮੈਟ੍ਰਿਕਸ ਤੋਂ ਹੀ ਚੱਕ ਦੇਣਾ ਆਪਾਂ ਡਾਇਗਨਲਾਈਜ਼ੇਬਲ। ਇਹਦਾ ਮਤਲਬ ਕੀ ਹੁੰਦਾ, ਕਿਹੜੀ ਮੈਟ੍ਰਿਕਸ ਡਾਇਗਨਲਾਈਜ਼ੇਬਲ ਹੁੰਦੀ ਹੈ? ਪਹਿਲਾਂ ਤਾਂ ਇਹਨਾਂ ਨੂੰ ਯਾਦ ਰੱਖਿਓ, ਇੱਕ ਮੈਟ੍ਰਿਕਸ ਦਿੱਤੀ ਸੀ, ਉਹਦੇ ਕੋਰਸਪੋਂਡਿੰਗ ਆਇਨ ਵੈਲਿਊ ਆਈਆਂ ਸੀ, ਲੈਮਡਾ 2 ਦੇ ਕੋਰਸਪੋਂਡਿੰਗ ਤਾਂ ਇਹ 2 ਆ ਗਏ, ਤੇ ਲੈਮਡਾ 8 ਦੇ ਕੋਰਸਪੋਂਡਿੰਗ ਇਹ 1 ਆ ਗਿਆ, ਹੈ ਨਾ। ਇਹ ਡਾਟਾ ਜਿਹੜਾ ਇਹਨੂੰ ਦਿਮਾਗ 'ਚ ਰੱਖਿਓ ਆਪਦੇ, ਇਹਨੂੰ ਮੈਂ ਵਰਤੂੰਗਾ ਇਸੇ 'ਚ। ਡਾਇਗਨਲਾਈਜ਼ੇਬਲ, ਪਹਿਲਾਂ ਤਾਂ ਸਿਮੀਲਰ ਮੈਟ੍ਰਿਕਸ ਕਿਹੜੀਆਂ ਹੁੰਦੀਆਂ, ਜੇ ਏ ਇੱਕ ਮੈਟ੍ਰਿਕਸ ਦਿੱਤੀ ਆ, ਤੁਸੀਂ ਇਹਦੇ ਅੱਗੇ ਕੋਈ ਇਨਵਰਸ ਲਾਤਾ ਬੀ ਇਨਵਰਸ, ਅਤੇ ਬੀ ਲਾਤਾ ਪਿੱਛੇ, ਅਤੇ ਇਹ ਬਣ ਗਈ ਨਵੀਂ ਮੈਟ੍ਰਿਕਸ। ਹੁਣ ਇਹ ਜਿਹੜੀ ਨਵੀਂ ਮੈਟ੍ਰਿਕਸ ਬਣੀ ਆ ਨਾ, ਇਹ ਏ ਦੇ ਸਿਮੀਲਰ ਹੋਊ। ਫਿਰ ਤੁਸੀਂ ਏ 'ਤੇ ਲਾਤਾ ਟੀ ਇਨਵਰਸ, ਕੋਈ ਐਵੇਂ ਮੈਟ੍ਰਿਕਸ ਚੱਕ ਕੇ ਜਿਹਦਾ ਇਨਵਰਸ ਐਗਜ਼ਿਸਟ ਕਰਦਾ ਹੋਵੇ, ਬਸ ਉਹਦਾ ਇਹ ਧਿਆਨ ਰੱਖਿਓ। ਇਹ ਨਾ ਹੋਵੇ ਵੀ ਉਹਦਾ ਇਨਵਰਸ ਹੀ ਨਾ ਐਗਜ਼ਿਸਟ ਕਰਦਾ ਹੋਵੇ, ਤੁਸੀਂ ਐਵੇਂ ਟੀ ਇਨਵਰਸ ਠੋਕੀ ਚੱਲੋ। ਟੀ ਇਨਵਰਸ ਲਾਤਾ, ਇਹ ਮੰਨ ਲਓ ਮੰਨ ਗਈ ਡੀ। ਹੁਣ ਜਿਹੜੀ ਇਹ ਡੀ ਆ, ਇਹ ਵੀ ਏ ਦੇ ਸਿਮੀਲਰ ਹੋਊਗੀ, ਸਮਝ ਲੱਗੀ? ਜਾਣੀ ਕਿ ਮੈਂ ਕੀ ਕਹਿ ਰਿਹਾ ਕਿ ਏ ਦੇ ਸਿਮੀਲਰ ਜੇ ਮੈਂ ਮੈਟ੍ਰਿਕਸ ਬਣਾਉਣੀ ਆ, ਦੇਖੋ ਏ ਦੇ ਸਿਮੀਲਰ ਕਿਹੜੀਆਂ ਬਣ ਗਈਆਂ, C and D are similar to A, ਤਾਂ ਇਹ C ਦੀ ਜਗ੍ਹਾ 'ਤੇ ਮੈਂ C ਨੂੰ ਕੱਟ ਕੇ ਇਹ ਪੂਰਵੇ ਲਿਖਣ ਲੱਗਾ, ਕੀ ਹੈ B ਇਨਵਰਸ AB, ਹੈ ਨਾ। D ਦੀ ਜਗ੍ਹਾ 'ਤੇ ਇਹੀ ਲਿਖਣ ਲੱਗਾ T ਇਨਵਰਸ AT are similar to A। ਹੁਣ ਇਹ ਲਾਈਨ ਨੂੰ ਯਾਦ ਰੱਖੋ, ਬਾਕੀ ਸਾਰਾ ਕੁਝ ਭੁੱਲ ਜਾਓ, ਇਹ ਬਕਵਾਸ ਜੋ ਆਪਾਂ ਪਹਿਲਾਂ ਕੀਤੀ ਇਹਨੂੰ ਭੁੱਲ ਜਾਓ। ਕੀ ਆਇਆ ਕਿ ਕਿਸੇ ਇਨਵਰਟੀਬਲ ਮੈਟ੍ਰਿਕਸ ਕੋਈ ਵੀ ਪਈ ਹੋਊਗੀ, ਕੋਈ ਵੀ ਮੈਟ੍ਰਿਕਸ ਪਈ ਹੋਊਗੀ, ਉਹਦੇ ਨਾਲ ਆਪਾਂ ਇਨਵਰਸ ਨੂੰ ਪ੍ਰੋਡਕਟ ਕਰ ਦਈਏ, ਬੀ ਇਨਵਰਸ ਬੀ, ਜੇ ਆਪਾਂ ਪੀ ਇਨਵਰਸ ਏ ਪੀ, ਸੀ ਇਨਵਰਸ ਏ ਸੀ, ਇਹ ਜਿਹੜੀਆਂ ਨਵੀਆਂ ਮੈਟ੍ਰਿਕਸ ਬਣ ਗਈਆਂ, ਥੋੜ੍ਹਾ ਜਿਹਾ ਮੋਡੀਫਾਈ ਕਰਤਾ ਅਤੇ ਆਪਾਂ ਨਵੀਂ ਮੈਟ੍ਰਿਕਸ ਬਣਾ ਲਈ। ਜਿਹੜੀਆਂ ਨਵੀਆਂ ਮੈਟ੍ਰਿਕਸ ਹੈ ਨਾ, ਇਹ ਅਸਲ 'ਚ ਏ ਵਰਗੀਆਂ ਹੀ ਹੈ, ਮਤਲਬ ਏ ਦਾ ਇੰਨਾ ਅਸਰ ਰਹਿੰਦਾ ਕਿ ਨਵੀਂ ਮੈਟ੍ਰਿਕਸ ਤਾਂ ਬਣ ਜਾਂਦੀ ਆ, ਪਰ ਉਹਦਾ ਸਾਰਾ ਕੁਛ ਏ ਵਰਗਾ ਹੀ ਬਣ ਜਾਂਦਾ। ਬਣਾਉਣੀ ਆਈ ਆ ਇਹ, ਦੇਖੋ ਜੇ ਏ ਦੀਆਂ ਆਇਨ ਵੈਲਿਊ 1 2 ਆ ਨਾ, ਤਾਂ ਇਹਦੀਆਂ ਵੀ 1 2 ਹੀ ਹੋਣਗੀਆਂ, ਇਹਦੀਆਂ ਵੀ 1 2 ਹੀ ਹੋਣਗੀਆਂ, ਇਹਦੀਆਂ ਵੀ 1 2 ਹੀ ਹੋਣਗੀਆਂ, ਮਤਲਬ ਏ ਦਾ ਅਸਰ ਜਾਂਦਾ ਹੀ ਨਹੀਂ। ਫਿਰ ਇਹਦਾ ਡਿਟਰਮੀਨੈਂਟ, ਜੇ ਮੰਨ ਲਓ ਏ ਦਾ ਡਿਟਰਮੀਨੈਂਟ 10 ਆ, ਤਾਂ ਇਹਦਾ ਵੀ 10 ਹੋਊਗਾ, ਇਹਦਾ ਵੀ 10 ਹੋਊਗਾ, ਇਹਦਾ ਵੀ 10 ਹੋਊਗਾ। ਫਿਰ ਹੋਰ ਕੀ ਕੀਤਾ ਤੁਸੀਂ, ਕਰੈਕਟਰਿਸਟਿਕ ਇਕੁਏਸ਼ਨ, ਜੇ ਕਰੈਕਟਰਿਸਟਿਕ ਇਕੁਏਸ਼ਨ ਏ ਵਾਸਤੇ ਇਹ ਬਣਦੀ ਆ, ਤਾਂ ਇਹਦੀ ਵੀ ਇਹੀ ਹੋਊਗੀ, ਤਿੰਨਾਂ ਦੇ ਕੋਈ। ਜੇ ਹੋਰ ਕੀ ਹੈ, ਰੈਂਕ ਏ ਦਾ ਜੇ 10 ਆ, ਤਾਂ ਇਹਦਾ ਵੀ 10 ਹੋਊ, ਇਹਦਾ ਵੀ 10 ਹੋਊ, ਇਹਦਾ ਸਿਮਿਲਰਿਟੀ ਦਾ ਮਤਲਬ ਦੇਖੋ ਵੀ ਸਾਰਾ ਕੁਛ ਹੀ ਸੇਮ, ਠੀਕ ਹੈ ਜੀ। ਦੂਸਰੀ ਚੀਜ਼, ਜਦੋਂ ਕੋਈ ਇੱਕ ਮੈਟ੍ਰਿਕਸ ਏ ਹੈ, ਜੇ ਮੈਂ ਕੋਈ ਐਸੀ ਪੀ ਲੱਭਾਂ ਸਪੈਸ਼ਲ, ਥੋੜ੍ਹੀ ਜਿਹੀ ਖਾਸ ਪੀ, ਕਿ ਉਹਨੂੰ ਏ ਦੇ ਅਗਲ ਬਗਲ ਮੈਂ ਪ੍ਰੋਡਕਟ ਕਰਾਂ ਅਤੇ ਇੱਧਰ ਡਾਇਗਨਲ ਮੈਟ੍ਰਿਕਸ ਬਣ ਜੇ। ਡਾਇਗਨਲ ਮੈਟ੍ਰਿਕਸ ਸਮਝਦੇ ਹੋ, ਲੈਮਡਾ 1 ਲੈਮਡਾ 2 ਲੈਮਡਾ 3 ਲੈਮਡਾ 4, ਇਕੱਲੇ ਬਾਕੀ ਸਾਰੀਆਂ ਜ਼ੀਰੋ, ਇੱਧਰ ਜ਼ੀਰੋ, ਇੱਧਰ ਜ਼ੀਰੋ, ਇਕੱਲਾ ਡਾਇਗਨਲ ਐਲੀਮੈਂਟ ਹੀ ਕੁਛ ਨਾ ਕੁਛ ਆ ਜਾਣ। ਹੋ ਸਕਦਾ ਇਹ ਵੀ ਜ਼ੀਰੋ ਹੋਣ, ਜਾਂ ਇਹਨਾਂ 'ਚੋਂ ਕੁਛ ਜ਼ੀਰੋ ਹੋਣ, ਜਾਂ ਹੋ ਸਕਦਾ ਇਹ ਸਾਰੇ ਨੋਨ ਜ਼ੀਰੋ ਹੋਣ, ਹੋ ਸਕਦਾ ਇਹ ਸਾਰੇ ਜ਼ੀਰੋ ਹੋਣ, ਉਹ ਵੱਖਰੀ ਗੱਲ ਆ, ਪਰ ਨੋਨ ਡਾਇਗਨਲ ਐਲੀਮੈਂਟ ਆ ਜਿਹੜੇ ਜ਼ੀਰੋ ਹੋਣਗੇ, ਇਹ ਮੈਟ੍ਰਿਕਸ ਨੂੰ ਡਾਇਗਨਲ ਮੈਟ੍ਰਿਕਸ ਕਹਿੰਦੇ ਆ। ਜੇ ਇਹ ਹੋ ਗਿਆ, ਇਹੋ ਜਿਹੀ ਪੀ ਆਪਾਂ ਨੂੰ ਲੱਭ ਗਈ, ਤਾਂ ਆਪਾਂ ਕਹਾਂਗੇ ਏ ਇਜ਼ ਡਾਇਗਨਲਾਈਜ਼ੇਬਲ। ਸਮਝ ਲੱਗੀ ਕੀ ਚੀਜ਼ ਹੈ, ਸਿਮਿਲਰਿਟੀ ਦਾ ਪਤਾ ਲੱਗ ਗਿਆ। ਯਾਨੀ ਕਿ ਏ ਤੋਂ ਬਹੁਤ ਸਾਰੀਆਂ ਮੈਟ੍ਰਿਕਸ ਬਣਾ ਸਕਦੇ ਹਾਂ, ਪਰ ਕੀ ਏ ਨੂੰ ਆਪਾਂ ਇਹੋ ਜਿਹੀ ਬਣਾ ਸਕਦੇ ਹਾਂ? ਜੇ ਡਾਇਗਨਲ ਮੈਟ੍ਰਿਕਸ ਬਣ ਗਈ, ਕੋਈ ਇਹੋ ਜਿਹੀ ਪੀ ਇਨਵਰਸ ਆਪਾਂ ਅੱਗੇ ਪਿੱਛੇ ਉਹਦੇ ਲਗਾਤੀ, ਤਾਂ ਡਾਇਗਨਲ ਬਣ ਗਈ, ਤਾਂ ਆਪਾਂ ਕਹਾਂਗੇ ਹਾਂ ਏ ਇਜ਼ ਡਾਇਗਨਲਾਈਜ਼ੇਬਲ। ਕਰਦੇ ਕਿਉਂ ਆ ਇਹ ਕੰਮ, ਦੇਖੋ ਮੇਰੀ ਗੱਲ ਸੁਣੋ। ਮੰਨ ਲਓ ਏ ਆ ਮੈਟ੍ਰਿਕਸ ਆ, ਠੀਕ ਆ, ਤੁਸੀਂ ਕੋਈ ਪੀ ਲੱਭ ਲਈ ਅਤੇ ਇਹ ਬਣ ਗਈ ਡਾਇਗਨਲ ਮੈਟ੍ਰਿਕਸ 1 2 3, ਆਹ ਬਣ ਗਈ ਇਹ। ਮੰਨ ਲਓ ਪੀ ਲੱਭ ਲਈ ਤੁਸੀਂ, ਅਤੇ ਇਹ ਮੈਟ੍ਰਿਕਸ ਆਹ ਬਣ ਗਈ। ਹੁਣ ਇਹਦਾ ਰੈਂਕ ਕਿੰਨਾ, ਦੇਖੋ ਇਹ ਆਲਰੇਡੀ ਐਕਲਨ ਫਾਰਮ 'ਚ ਨਹੀਂ ਗਈ ਇਹ, ਇਹਦਾ ਰੈਂਕ ਕਿੰਨਾ 3, ਇਹਦਾ ਮਤਲਬ ਏ ਦਾ ਰੈਂਕ ਕਿੰਨਾ ਹੋਊਗਾ, ਉਹਦਾ ਵੀ 3 ਹੀ ਹੋਊਗਾ।
क्योंकि सारा कुछ सेम है ना। ਇਹਦਾ डिटर्मिनेंट कितना देखो डायगोनल एलीमेंट की प्रोडक्ट कर दो, कितना आ गया 6, तो यह मतलब ए का भी 6 होगा। कितना सौखा आ गया काम। होर की आ आयन वैल्यू ਇਹਦੀਆਂ ਲੱਭੋ, आयन वैल्यू ਲੱਭੋਗੇ ਤਾਂ ਹੀ ਆਉਂਦੀਆਂ ਹੁੰਦੀਆਂ ਨਾ ए माइनस लैमडा आई। पर ਆਪਾਂ ਕੀ ਜਾਣੀ ਕਿ ए ਦੇ ਡਾਇਗਨਲ ਐਲੀਮੈਂਟਾਂ ਚੋਂ ਲੈਮਡਾ ਕੱਢਣਾ ਹੁੰਦਾ ਤੇ ਫਿਰ ਡਿਟਰਮੀਨੈਂਟ ਕਰ ਦਿੰਦੇ ਆ, ਹੈ ਨਾ। ਇਹੀ ਹੁੰਦਾ। ਤੇ ਇਹਦੇ ਡਾਇਗਨਲ ਐਲੀਮੈਂਟ ਚੋਂ ਲੈਮਡਾ ਕੱਢ ਕੇ ਡਿਟਰਮੀਨੈਂਟ ਕਰੋ। करो ਇਹਦਾ डिटर्मिनेंट की आऊगा, इन्हों की प्रोडक्ट यानी कि 1 माइनस लैमडा 2 माइनस लैमडा 3 माइनस लैमडा इज इक्वल टू की आऊगा 0। तो लैमडा की वैल्यू की आऊगी 1 2 3। यानी कि ਜਿਹੜੀਆਂ ਇਹ डायगोनल एलीमेंट्स आ यही आयन वैल्यू है। डायगोनल एलीमेंट्स ही आयन वैल्यू बन गए। तो ਇਹਦਾ मतलब कितना सौखा हो गया अपना काम। आयन वैल्यू मिनटां च देख के, डिटर्मिनेंट मिनटां च देख के, ठीक है। तो कितना सौखा काम हो गया। ਤਾਂ ਕਰਕੇ ਆਪਾਂ ਉਹ ਮੈਟ੍ਰਿਸਿਸ, ਕੁਛ ਮੈਟ੍ਰਿਸਿਸ ਡਾਇਗਨਲਾਈਜ਼ੇਬਲ ਹੁੰਦੀਆਂ, ਕੁਛ ਨਹੀਂ ਹੁੰਦੀਆਂ। ਹੁਣ ਪ੍ਰੋਬਲਮ ਇਹ ਹੈ ਵੀ ਇਹ ਪੀ ਲੱਭਣੀ ਕਿਵੇਂ ਆ, ਉਹ ਮੈਂ ਤੁਹਾਨੂੰ ਦੱਸਦਾ ਵੀ ਪੀ ਕੀ ਹੁੰਦੀ ਆ ਅਤੇ ਕਿਵੇਂ ਲੱਭਦੀ ਆ। ਜਿਹੜੇ ਆਇਨ ਵੈਕਟਰ ਲੱਭਣੇ ਆ ਤੁਸੀਂ, ਆਪਾਂ ਇਹ ਲੱਭੇ ਸੀ ਨਾ, ਇਹ ਆਇਨ ਵੈਕਟਰ ਨੂੰ ਤੁਸੀਂ ਲਾ ਲੈਣਾ ਕਾਲਮ ਬਣਾ ਕੇ ਚਿਣ ਕੇ। ਪਹਿਲਾ ਇਹ ਲਾਤਾ, ਦੂਜਾ ਕੀ ਆ ਇਹ ਲਾਤਾ, ਤੀਜਾ ਕੀ ਆ 2 माइनस 1 1 ਲਾਤਾ। ਇਹ ਜਿਹੜੀ ਹੈ ਤੁਹਾਡੀ ਪੀ ਬਣ ਗਈ। ਲਓ ਦੱਸੋ ਹੁਣ ਇਹਦੇ 'ਚ ਕੀ ਨਵਾਂ। ਜੇ ਤੁਹਾਨੂੰ ਕਹਿੰਦੇ ਆ ਕੁਐਸਚਨ 'ਚ ਆਉਂਦਾ ਏ ਮੈਟ੍ਰਿਕਸ ਦਿੱਤੀ ਹੈ, ਏ ਬੀ ਹੈ ਨਹੀਂ ਮੈਟ੍ਰਿਕਸ, ਕੁਐਸਚਨ ਆ ਗਿਆ ਪੇਪਰ 'ਚ, ਮੰਨ ਲਓ ਕਹਿਣਗੇ ਫਾਈਂਡ ਪੀ, ਤੁਹਾਨੂੰ ਆਊਗਾ ਸੱਚ ਦੈਟ ਪੀ ਇਨਵਰਸ ਏ ਪੀ ਇਜ਼ ਡਾਇਗਨਲ ਮੈਟ੍ਰਿਕਸ। डायगनल मैट्रिक्स ਜਿਹਦੇ 'ਚ डायगनल एंट्रियां कुछ भी हो सकਦੀਆਂ, पर नॉन डायगनल एंट्रियां ਜਿਹੜੀਆਂ डायगनल ਤੋਂ ਬਾਹਰ ਆ ਉਹ ਸਾਰੀਆਂ 0 ਹੁੰਦੀਆਂ। ਅੱਛਾ ਹੁਣ ਇਹਦੇ 'ਚ ਕੀ ਕਰਨਾ, ਆਇਨ ਵੈਲਿਊ ਲੱਭੋਗੇ, ਆਇਨ ਵੈਕਟਰ ਲੱਭੋਗੇ, ਆਇਨ ਵੈਕਟਰ ਤੋਂ ਆਏ ਪੀ ਬਣਾ ਲਓਗੇ, ਠੀਕ ਹੈ। ਫਿਰ ਪੀ ਦਾ ਵੈਸੇ ਤਾਂ ਇਹ ਲੋੜ ਨਹੀਂ ਹੁੰਦੀ ਰਾਜੇ, ਪਰ ਕਈ ਵਾਰੀ ਉਹ ਕਹਿ ਦਿੰਦੇ ਆ वेरीफाई, भी वेरीफाई भी करो ये चीज़ बई थोड़ी जी पी लभी हुई है सही है कि नहीं। फिर पी इनवर्स भी लभोगे, फिर इत्थे प्रोडक्ट करोगे पी इनवर्स नूं ए ते पी नूं, तिन्नां नूं प्रोडक्ट करोगे तो जिहड़ी मैट्रिक्स आ वो डायगनल बन जूगी, ठीक है। ये काम आ, यानी कि मेन काम आयन वैक्टर ही है। आयन वैक्टर तो पी लभना, पी तो पी इनवर्स लभना, फिर ये प्रोडक्ट करके दिखानी है, वो डायगनल एलीमेंट मैट्रिक्स बन जूगी। हुण देखो एक चीज़ है, जिहड़ी पी है मान लो ए दित्ती है, ए तुहानूं उही दित्ती है जिहड़ी मैं लभ लई पहलां चुनी सीगी पिछले एग्जाम्पल जी, -6 2 -2 3 -1 2 -1 3। ਇਹਦੇ 'ਚ ਤੁਸੀਂ ਆਇਨ ਵੈਕਟਰ ਬਣਾ ਲਏ, ਆਇਨ ਵੈਕਟਰ ਆ ਗਏ ਤੁਹਾਡੇ, ਆਇਨ ਵੈਲਿਊ ਲੱਭੀਆਂ ਹੈ ਨਾ। ਆਇਨ ਵੈਲਿਊ ਕੀ ਆਈਆਂ ਸੀਗੀਆਂ, ਉਹ ਲੈਮਡਾ 2 2 8। ਫਿਰ ਆਇਨ ਵੈਕਟਰ ਲੱਭੋਗੇ ਹੈ ਨਾ, ਕੀ ਆਣਗੇ ਉਹ ਆਪਣੇ ਆਏ ਸੀਗੇ, ਇੱਕ ਤਾਂ ਆ ਗਿਆ ਸੀਗਾ 2 2 ਦੇ ਕੋਰਸਪੋਂਡਿੰਗ ਕਿਹੜੇ ਆਏ ਸੀਗੇ, ਮੈਂ एक मिनट मैंने देख लैन दो, हाँ -1 0 2 तो 1 2 0 तो 8 के कोरसपोंडिंग आया सीगा एक छोटा जहा 2 -1 1। ये 3 आयन वैक्टर लभ के लिख लोगे। उदू बाद पी है जी वो तुसीं बना लोगे। मैं क्वेश्चन कराने नहीं राजे ये, ताई मैं तुहानूं दसी जाना, ठीक है जी। हुण अगला काम पी इनवर्स लभोगे, सीधा सीधा जो काम है पी इनवर्स लभना +2 वाला मैथड ला के लभ सकते हो। ਇੱਥੇ ਹੁਣ ਤੁਸੀਂ ਕਹੋਗੇ ਸਰ ਤੁਸੀਂ ਤਾਂ ਕਹਿੰਦੇ +2 ਵਾਲਾ ਕੰਮ ਨਹੀਂ ਕਰਨਾ ਇਨਵਰਸ ਵਾਸਤੇ। ਰਾਜੇ ਜਦੋਂ ਉਹਨਾਂ ਨੇ ਕਿਹਾ ਕਿ ਫਾਈਂਡ ਇਨਵਰਸ, ਦੈਟ ਮੀਨਸ ਮੇਨ ਕੁਐਸਚਨ ਹੀ ਇਨਵਰਸ ਵਾਲਾ, ਇਹਦਾ ਮਤਲਬ ਤੁਸੀਂ ਆਪਣਾ +2 ਵਾਲਾ ਮੈਥਡ ਨਹੀਂ ਲਾਉਣਾ। ਪਰ ਜਦੋਂ ਇੱਥੇ ਕਰ ਰਹੇ ਹਾਂ, ਇੱਥੇ ਇਨਵਰਸ ਆਪਾਂ ਆਪਦੀ ਸਹੂਲਤ ਵਾਸਤੇ ਕਰ ਰਹੇ ਹਾਂ, ਸੋ ਇੱਥੇ ਇਨਵਰਸ ਲੱਭਣ ਵਾਸਤੇ +2 ਵਾਲਾ ਕੰਮ ਲੱਗ ਰਿਹਾ, ਕਿਉਂਕਿ ਮੇਨ ਕੁਐਸਚਨ ਇਹ ਨਹੀਂ ਨਾ। ਮੇਨ ਕੁਐਸਚਨ ਇਹਨੂੰ ਡਾਇਗਨਲਾਈਜ਼ੇਬਲ ਪ੍ਰੂਵ ਕਰਨਾ, ਮਤਲਬ ਮੈਂ ਪੀ ਲੱਭ ਕੇ ਦਿਖਾਉਣੀ ਆ ਜਿਹੜੀ ਇਹਨੂੰ ਡਾਇਗਨਲ ਮੈਟ੍ਰਿਕਸ ਬਣਾ ਦੇਵੇ। ਮੇਨ ਕੁਐਸਚਨ ਹੋਰ ਆ, ਇੱਥੇ ਵਿੱਚ +2 ਵਾਲਾ ਕੰਮ ਆ ਐਜ਼ ਏ ਟੂਲ ਤੁਸੀਂ ਵਰਤ ਸਕਦੇ ਹੋ, ਬਟ ਮੇਨ ਕੁਐਸਚਨ ਨਹੀਂ। ਆਪਾਂ ਪੀ ਇਨਵਰਸ ਮੰਨ ਲਓ ਆ ਗਿਆ 2 3 4 5 6 7 8 9 10। ਫਿਰ ਤੁਸੀਂ ਕੀ ਕਰੋਗੇ, ਇਹਨਾਂ ਨੂੰ ਪ੍ਰੋਡਕਟ ਕਰੋਗੇ। ਪੀ ਇਨਵਰਸ ਕੀ ਹੈ
मैं लाई सी 2 3 4 5 6 7 8 9 10 तो ए की सी 6 -2 2 -2 3 -1 2 -1 3 तो पी खुद कितनी आई हुई है, एक मिनट डायगोनलाइजेबल पी इनवर्स ए पी, हाँ पी खुद आई हुई आ अपने को ये वाली लभी है जी -1 1 2 0 2 -1 2 0 1। ਹੁਣ ਰਾਜੇ ਜਦੋਂ ਇਹਦੀ ਪ੍ਰੋਡਕਟ ਕਰੋਗੇ ਨਾ ਤੁਸੀਂ ਤਾਂ ਕਰਨੀ ਆ ਉਹੀ, ਪਰ ਮੈਂ ਇੱਕ ਤਰੀਕਾ ਦੱਸਣ ਲੱਗਾ ਜਿਹੜਾ ਤੁਸੀਂ ਇੱਥੇ ਵੀ ਚੈੱਕ ਕਰ ਸਕਦੇ ਹੋ ਵੀ ਜਿਹੜਾ ਕੁਐਸਚਨ ਤੁਸੀਂ ਕੀਤਾ ਉਹ ਸਹੀ ਕੀਤਾ ਕਿ ਨਹੀਂ। ਮੰਨ ਲਓ ਇਹ ਪ੍ਰੋਡਕਟ ਕਰਨ ਦਾ ਟਾਈਮ ਨਹੀਂ ਰਿਹਾ ਤੁਹਾਡੇ ਕੋਲੇ, ਟੀਚਰ ਪੇਪਰ ਫੜਦਾ ਆਉਂਦਾ ਤੁਹਾਡਾ, ਠੀਕ ਹੈ, ਤੁਹਾਡੇ ਕੋਲੇ ਪੀ ਇਨਵਰਸ ਲੱਭਣ ਦਾ ਵੀ ਟਾਈਮ ਨਹੀਂ ਹੈ, ਠੀਕ ਹੈ, ਪਰ ਡਾਇਗਨਲ ਫਿਰ ਤੁਸੀਂ ਕੀ ਕਰੋਗੇ, ਠੀਕ ਹੈ, ਫਿਰ ਤੁਸੀਂ ਇਹਦੀ ਪ੍ਰੋਡਕਟ ਮੰਨ ਲਓ ਸਿੱਧੀ ਕੋਈ ਤੁਹਾਨੂੰ ਦੱਸਣ ਲੱਗਾ ਕਿੰਨੀ ਪ੍ਰੋਡਕਟ ਆਉਂਦੀ ਹੁੰਦੀ ਹੈ। ਸਭ ਤੋਂ ਪਹਿਲਾਂ ਆਇਨ ਵੈਕਟਰ ਪੀ ਜਿਹੜੀ ਬਣਾਈ ਆ, ਪੀ ਇਹ ਬਣਾਈ ਹੈ ਨਾ, ਇਹ ਆਇਨ ਵੈਕਟਰ ਇਹਦਾ ਇਹ ਕਿਹਦੇ ਕੋਰਸਪੋਂਡਿੰਗ ਹੈ, ਸਭ ਤੋਂ ਪਹਿਲਾਂ 2 ਦੇ ਕੋਰਸਪੋਂਡਿੰਗ, ਦੂਜਾ 2 ਦੇ ਕੋਰਸਪੋਂਡਿੰਗ, ਤੀਜਾ 8 ਦੇ ਕੋਰਸਪੋਂਡਿੰਗ, ਇਹੀ ਹੈ ਨਾ। ਅਤੇ ਇਹ ਜਿਹੜੀ ਯਾਨੀ ਕਿ 2 to 8 ਉਹੀ 2 to 8 ਇੱਥੇ ਲਿਖ ਲਓ, ਇੱਥੇ ਲਾ ਦਿਓ 2 0 0, ਇੱਥੇ ਲਾ ਦਿਓ 0 2 0, ਇੱਥੇ ਲਾ ਦਿਓ 0 0 8, ਯਾਨੀ ਕਿ ਦੇਖੋ ਇਹ 2 to 8 ਸੀ, ਇਹ ਬਣ ਗਿਆ 2 to 8 2 to 8। ਇਹ ਮੈਟ੍ਰਿਕਸ ਬਣਨੀ ਆ ਤੁਹਾਡੀ ਇੱਥੇ। ਹੁਣ ਜੇ ਮੰਨ ਲਓ ਵੈਸੇ ਤਾਂ ਸਹੀ ਕੁਐਸਚਨ ਤਾਂ ਇਹ ਆ ਵੀ ਇੱਥੋਂ ਤੱਕ ਤੁਸੀਂ ਪੂਰਾ ਕਰੋ, ਨੰਬਰ ਕੱਟੇ ਜਾ ਸਕਦੇ ਆ ਤੁਹਾਡੇ, ਪਰ ਹੋ ਸਕਦਾ ਨਾ ਕੱਟੇ ਜਾਣ। ਜਿਹੜਾ ਮੈਂ ਤਰੀਕਾ ਦੱਸਣ ਲੱਗਾ, ਮੰਨ ਲਓ ਟੀਚਰ ਪੇਪਰ ਫੜਦਾ ਆਉਂਦਾ, ਤੁਹਾਡੇ ਕੋਲ ਇਨਵਰਸ ਦਾ ਟਾਈਮ ਨਹੀਂ, ਕੁਛ ਵੀ ਨਹੀਂ, ਪੀ ਤੁਸੀਂ ਲੱਭੀ ਬੈਠੇ ਹੋ, ਮੰਨ ਲਓ ਪੀ ਹੁਣ ਤੁਹਾਡੇ ਕੋਲ ਕੁਛ ਟਾਈਮ ਨਹੀਂ ਰਿਹਾ, ਟੀਚਰ ਪੇਪਰ ਫੜਦਾ ਆਉਂਦਾ, ਤੁਸੀਂ ਕਹੋਗੇ ਪੀ ਇਨਵਰਸ ਏ ਪੀ, ਤੁਸੀਂ ਇਹ ਦੇਖੋਗੇ ਇਹ ਪਹਿਲਾ ਐਲੀਮੈਂਟ ਕਾਲਮ ਕਿਹਦਾ ਸੀ 2 ਦਾ, ਦੂਜਾ ਕਿਹਦਾ ਸੀਗਾ ਇਹ ਵੀ 2 ਦਾ, ਤੀਜਾ ਕਿਹੜਾ ਸੀਗਾ 8 ਦਾ, ਇਹ ਲਾ ਕੇ ਤੁਸੀਂ ਇਹਨੂੰ 0 0 0 0 ਕਰਕੇ ਪੂਰੀ ਕਰਕੇ ਆਪਦਾ ਕੁਐਸਚਨ ਖਤਮ ਕਰ ਦੋਗੇ। ਵੈਸੇ ਤਾਂ ਇਨਵਰਸ ਲੱਭਣਾ ਹੁੰਦਾ, ਪਰ ਇਹ ਆਏ ਆ ਵੀ ਕਿਸੇ ਸਿਰੇ ਤਾਂ ਪਹੁੰਚ ਜੂਗਾ ਕੁਐਸਚਨ। ਸੋ ਇਹ ਆ ਗਿਆ ਤੁਹਾਡਾ, ਜੇ ਇਹ ਪੀ ਲੱਭ ਜਾਂਦੀ ਆ ਆਪਾਂ ਕਹਿ ਦਿੰਦੇ ਹਾਂ ਏ ਇਜ਼ ਡਾਇਗਨਲਾਈਜ਼ੇਬਲ, ਇਜ਼ ਡਾਇਗਨਲਾਈਜ਼ੇਬਲ। ਆਹ ਵਰਡ ਲਿਖਿਆ ਹੋਇਆ ਦੇਖੋ ਆਰਟੀਕਲ 15 'ਚ ਸਭ ਤੋਂ ਉੱਤੇ। ਹੁਣ ਇੱਕ ਚੀਜ਼ ਮੇਰੀ ਗੱਲ ਸੁਣੋ, ਆਪਣੇ ਕੋਲ ਆਇਨ ਵੈਲਿਊ ਸੀਗੀਆਂ λ2 λ2 λ8। ਆਇਨ ਵੈਕਟਰ ਆ ਜਿਹੜੇ ਕਿਹੜੇ ਆਏ ਸੀਗੇ ਮੈਂ ਤੁਹਾਨੂੰ ਦੱਸਦਾ ਕੀ ਪ੍ਰੋਬਲਮ ਕੀ ਆਉਂਦੀ ਸੀ। ਮੰਨ ਲਓ 2 ਦੇ ਕੋਰਸਪੋਂਡਿੰਗ 2 ਦੀ ਬਜਾਏ 1 ਹੀ ਆਇਨ ਵੈਕਟਰ ਆ ਜਾਂਦਾ ਇਹ ਵਾਲਾ, ਅਤੇ ਇਹਦੇ 8 ਦੇ ਕੋਰਸਪੋਂਡਿੰਗ ਇਹਨਾਂ 2 ਦੇ ਬਜਾਏ 1 ਆ ਗਿਆ, 8 ਦੇ ਕੋਰਸਪੋਂਡਿੰਗ 1 ਆ ਜਾਂਦਾ 1 2 3, ਅਤੇ ਪੀ ਬਣਾਉਣ ਲੱਗੋਗੇ ਤੁਸੀਂ, ਪੀ ਕੀ ਬਣੂਗੀ 1 1 2 1 2 3, ਇਹਦਾ ਇਨਵਰਸ ਸੌਰੀ ਯਾਰ ਉਹ ਫੋਨ ਡਿੱਗ ਪਿਆ ਸੀ, ਇਹਦਾ ਇਨਵਰਸ ਲੱਭ ਸਕਦੇ ਹੋ ਰਾਜੇ। ਇਨਵਰਸ ਹਮੇਸ਼ਾ ਉਹਨਾਂ ਦਾ ਲੱਭਿਆ ਜਾਂਦਾ ਜਿਨ੍ਹਾਂ ਦਾ ਡਿਟਰਮੀਨੈਂਟ ਨੋਨ ਜ਼ੀਰੋ ਹੁੰਦਾ, ਅਤੇ ਡਿਟਰਮੀਨੈਂਟ ਉਹਨਾਂ ਦਾ ਹੁੰਦਾ ਜਿਹੜੀਆਂ ਸਕੇਅਰ ਮੈਟ੍ਰਿਕਸ ਹੋਣ, ਅਤੇ ਇਹ ਤਾਂ ਸਕੇਅਰ ਹੀ ਨਹੀਂ ਹੈ, ਇਹ ਤਾਂ 3 ਰੋ ਆ 2 ਕਾਲਮ ਆ। ਸੋ ਇਹਦਾ ਇਨਵਰਸ ਵੀ ਨਹੀਂ ਲੱਭ ਸਕਦੇ, ਡਿਟਰਮੀਨੈਂਟ ਵੀ ਨਹੀਂ ਲੱਭ ਸਕਦੇ, ਕੁਛ ਵੀ ਨਹੀਂ ਲੱਭ ਸਕਦੇ। ਇਹਦਾ ਮਤਲਬ ਖਤਮ ਹੋ ਕੇ ਕਹਾਣੀ ਸ਼ੁਰੂ ਹੋਣ ਸਾਰੀ। ਸੋ ਇਹਦਾ ਮਤਲਬ ਕੀ ਆ ਕਿ ਪੀ ਹੈ ਜਿਹੜੀ ਉਹ ਓਨੇ ਕ੍ਰੋਸ ਓਨੇ ਹੋਣੀ ਚਾਹੀਦੀ ਹੈ ਜਿੰਨੀ ਏ ਆ। ਸੋ ਪੀ ਹੈ ਜਿਹੜੀ ਉਹ n ਕ੍ਰੋਸ n ਹੋਵੇ ਜੇ ਏ n ਕ੍ਰੋਸ n ਹੈ ਤਾਂ, ਜੇ ਨਹੀਂ ਬਣਦੀ ਪੀ ਇਹਦਾ ਮਤਲਬ ਏ ਇਜ਼ ਨੋਟ ਡਾਇਗਨਲਾਈਜ਼ੇਬਲ, ਫਿਰ ਨਹੀਂ ਇਹ ਡਾਇਗਨਲਾਈਜ਼ੇਬਲ ਬਣ ਸਕਦੀ ਜਿੰਨਾ ਮਰਜ਼ੀ ਜ਼ੋਰ ਲਾ ਲਓ। ਸੋ ਇਹਦੇ ਸਿੱਧੀ ਜੀ ਗੱਲ ਆਪਾਂ ਨੂੰ ਇੱਕ ਪਤਾ ਲੱਗ ਗਈ ਕਿ ਜੇ ਆਇਨ ਵੈਕਟਰ ਦੀ ਗਿਣਤੀ ਅਸਲੀ ਤਾਂ ਰਾਜੇ ਜੇ ਆਇਨ ਵੈਕਟਰ 3 ਹੁੰਦੇ ਤਾਂ ਇਹਨੇ 3 ਕ੍ਰੋਸ 3 ਬਣ ਹੀ ਜਾਣਾ ਸੀ ਨਾ। ਇਹਦਾ ਮਤਲਬ ਆਇਨ ਵੈਕਟਰ ਦੀ ਗਿਣਤੀ ਏ ਦੇ ਆਰਡਰ ਜਿੰਨੀ ਹੋਣੀ ਚਾਹੀਦੀ ਹੈ, ਸਿੱਧੀ ਜੀ ਗੱਲ ਆ। ਬਸ ਜੇ ਉਹ ਹੈ ਤਾਂ ਦੇਖੋ ਜੇ ਏ n ਕ੍ਰੋਸ n ਤਾਂ ਆਇਨ ਵੈਕਟਰ ਦੀ ਗਿਣਤੀ ਵੀ n ਤਾਂ ਫਿਰ ਏ ਡਾਇਗਨਲਾਈਜ਼ੇਬਲ ਹੈਗੀ ਆ, ਪਹਿਲਾਂ ਹੀ ਆਪਾਂ ਦੱਸ ਸਕਦੇ ਹਾਂ ਇਹ ਚੀਜ਼ ਨੂੰ। ਦੇਖੋ ਇਹਨਾਂ ਨੇ ਕੁਐਸਚਨ ਹੁਣ ਬਥੇਰੇ ਕੀਤੇ ਆ, ਇੱਥੇ ਪੀ ਵੀ ਲੱਭ ਕੇ ਦਿਖਾਈ ਹੋਈ ਆ, ਇਨਵਰਸ +2 ਵਾਲੇ ਵੇ ਨਾਲ ਹੀ ਲੱਭਦਾ। ਇਹ ਸਾਰੇ ਕੁਐਸਚਨ ਤੁਸੀਂ ਕਰਨੇ ਆ। ਦੇਖੋ ਇੱਕ ਐਗਜ਼ਾਮਪਲ 2 ਆ, ਇਹਦੇ 'ਚ ਉਹਨੇ ਲਿਖਿਆ ਹੋਇਆ, ਦੇਖੋ ਇਹਦੇ 'ਚ ਉਹਨੂੰ ਏ ਇਜ਼ ਆਰਡਰ ਆਫ 3 ਆ, ਦੇਖੋ ਏ ਇਜ਼ ਆਰਡਰ ਆਫ 3
हैज़ ओनली 2 लीनियरली इंडिपेंडेंट आयन वैक्टर सो ए इज़ नॉट डायगनलाइजेबल, मतलब ये डायगनल मैट्रिक्स से सिमिलर नहीं आऊगी। सो एक किस्सा खत्म हो गया शुरू होने सारी। सो डायगनलाइजेबल वाला टॉपिक मेरे अकॉर्डिंग खत्म आ, ठीक है। अगली एक्सरसाइज भी हुण कैले हैमिल्टन थ्योरम रहेगी, वो कल नूं देखांगे। उस तो बाद आपां जिहड़ा प्लेन ज्योमैट्री स्टार्ट करांगे।